Hello friends, welcome to you in Hi-Fi GK Guruji YouTube channel. Today here we will discuss about the Harappa civilization. ਹਾਂਜੀ ਫਰੈਂਡਸ, ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਹੜੱਪਾ ਸੱਭਿਅਤਾ ਬਾਰੇ ਪੜਾਂਗੇ। ਇਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਹੈਗਾ 6th ਕਲਾਸ ਦਾ ਜਿਹੜਾ ਹੈ ਪੂਰਾ ਚੈਪਟਰ ਕਵਰ ਕਰਵਾਉਂਗੀ, ਇੰਗਲਿਸ਼ ਐਂਡ ਪੰਜਾਬੀ। ਠੀਕ ਹੈ, ਬੋਥ ਲੈਂਗੁਏਜ ਦੇ ਵਿੱਚ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਜੇ ਲੈਸਨ ਤੁਸੀਂ ਪਹਿਲਾਂ ਸਟੋਰੀ ਟਾਈਪ ਸੁਣੇ ਹੋਣਗੇ ਤਾਂ ਸਾਡੀਆਂ ਜਿਹੜੀਆਂ ਕੁਐਸਚਨ ਸੀਰੀਜ਼ ਨੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਜਿਹੜੇ NCERT ਦੇ ਵਿੱਚੋਂ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਹੋਣਗੇ ਸਾਰੇ ਚੰਗੀ ਤਰ੍ਹਾਂ ਲਰਨ ਹੋ ਜਾਣਗੇ ਐਂਡ ਤੁਸੀਂ ਪੇਪਰ ਵਿੱਚੋਂ ਜਿਹੜਾ ਹੈਗਾ ਵਾ ਕੋਈ ਵੀ ਕੁਐਸਚਨ ਉਹਦੇ ਨਾਲ ਰਿਲੇਟਡ ਸਕਿਪ ਨਹੀਂ ਕਰਕੇ ਆਓਗੇ, ਤੁਹਾਨੂੰ ਵਧੀਆ ਮਾਰਕਸ ਆਉਣਗੇ। ਹਾਂਜੀ, ਹੜੱਪਾ ਸਿਵਲਾਈਜੇਸ਼ਨ। About 7,000 years ago, there arose a great urban civilization in the northwestern part of the Indian subcontinent। ਕਹਿੰਦੇ ਲਗਭਗ ਜੇ ਆਪਾਂ ਕਹਿ ਦਈਏ 7,000 ਈਅਰ ਮਤਲਬ 7,000 ਸਾਲ ਪਹਿਲਾਂ ਭਾਰਤੀ ਉਪ ਮਹਾਦੀਪ ਦੇ ਹਾਂਜੀ ਸਬ ਕੰਟੀਨੈਂਟ ਹੁੰਦਾ ਵਾ ਉਪ ਮਹਾਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਇੱਕ ਮਹਾਨ ਜਿਹੜੀ ਹੈਗੀ ਆ ਅਰਬਨ ਦਾ ਮਤਲਬ ਕਿ ਸ਼ਹਿਰੀ ਸੱਭਿਅਤਾ ਹੈ ਨਾ, ਅਰਬਨ ਸਿਵਲਾਈਜੇਸ਼ਨ ਦਾ ਜਿਹੜਾ ਹੈਗਾ ਵਾ ਜਨਮ ਹੋਇਆ। ਅੱਗੇ ਕੰਟੀਨਿਊ ਕਰਦੇ ਹਾਂ। roughly covering the area between the rivers Indus and the ancient Saraswati, modern Ghaggar River. It includes present-day Pakistan, Punjab, Haryana, Rajasthan, Gujarat and some partition of western UP and southern Afghanistan। ਦੇਖੋ ਹੁਣ ਕਿਹੜੇ ਏਰੀਆ ਵਿੱਚ ਹੜੱਪਾ ਸੱਭਿਅਤਾ ਫੈਲੀ ਹੋਈ ਸੀ ਆਪਾਂ ਨੂੰ ਉਹ ਦੱਸੇ ਗਏ ਆ। ਪਹਿਲਾਂ ਤਾਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਕਿ ਇਹ ਜਿਹੜਾ ਸੀਗਾ ਲਗਭਗ 2 ਨਦੀਆਂ ਦੇ ਵਿਚਕਾਰ ਸੀ। ਕਿਹੜੀਆਂ 2 ਨਦੀਆਂ ਦੇ? ਇੱਕ ਤਾਂ ਹੈਗੀ ਆ ਸਿੰਧ ਰਿਵਰ ਹੈ ਨਾ, ਸਿੰਧੂ ਨਦੀ, ਐਂਡ ਸੈਕਿੰਡ ਕੀ ਆ ਕਿ ਸਰਸਵਤੀ ਜਿਹਨੂੰ ਆਪਾਂ ਘੱਗਰ ਦੇ ਨਾਮ ਨਾਲ ਜਾਣਦੇ ਹਾਂ, ਇੰਡਸ ਰਿਵਰ, ਇੰਡਸ ਔਰ ਸਰਸਵਤੀ ਦੇ ਸੈਂਟਰ ਵਾਲਾ ਜਿਹੜਾ ਏਰੀਆ ਸੀ ਉਹਨੂੰ ਹੜੱਪਾ ਸੱਭਿਅਤਾ ਦਾ ਏਰੀਆ ਕਿਹਾ ਜਾਂਦਾ ਸੀ। ਇਹਦੇ ਵਿੱਚ ਕਿਹੜੇ ਇਲਾਕੇ ਜਿਹੜੇ ਸੀਗੇ ਇਨਕਲੂਡ ਸੀਗੇ ਉਹ ਦੇਖਦੇ ਹਾਂ। ਪਾਕਿਸਤਾਨ ਵਿੱਚ ਫੈਲੀ ਹੋਈ ਸੀ ਇਹ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਇਹ ਤੋਂ ਬਿਨਾਂ ਕੁਝ ਪਾਰਟ ਜਿਹੜੇ ਸੀਗੇ ਯੂਪੀ ਦੇ ਅਤੇ ਸਾਊਥਰਨ ਦੱਖਣੀ ਅਫਗਾਨਿਸਤਾਨ ਦੇ ਵੀ ਸੀਗੇ। ਨੈਕਸਟ ਆਪਾਂ ਦਿੱਤਾ ਦਿਸ ਵਾਜ ਦਾ ਬਿਗੈਸਟ ਅਮੰਗੈਸਟ ਦਾ ਐਂਸੀਐਂਟ ਸਿਵਲਾਈਜੇਸ਼ਨਸ ਐਜ਼ ਫਾਰ ਐਜ਼ ਦਾ ਏਰੀਆ ਕਵਰਡ ਇਨ ਕੰਸਰਨਡ। ਕਹਿੰਦੇ ਜਿਹੜੀ ਇਹ ਸੱਭਿਅਤਾ ਵਾ ਖੇਤਰਫਲ ਦੇ ਪੱਖੋਂ ਇਹ ਜਿਹੜੀ ਹੈਗੀ ਆ ਸਭ ਤੋਂ ਪ੍ਰਾਚੀਨ ਅਤੇ ਸਭ ਤੋਂ ਜਿਹੜੀ ਹੈਗੀ ਆ ਵਿਸ਼ਾਲ ਸੱਭਿਅਤਾ ਵਾ। It was about 20 times bigger than the Egyptian civilization। ਇਜ਼ੈਪਟ ਮਤਲਬ ਕਿ ਮਿਸਰ ਦੀ ਜਿਹੜੀ ਹੈਗੀ ਆ ਸੱਭਿਅਤਾ ਵਾ ਉਹਦੇ ਨਾਲੋਂ ਇਹ ਕਿੰਨੇ ਗੁਣਾ ਵੱਡੀ ਆ? ਇਹ ਇੰਪੋਰਟੈਂਟ ਫੈਕਟ ਆ, 20 ਗੁਣਾ। ਠੀਕ ਹੈ, 20 ਗੁਣਾ ਜਿਹੜੀ ਹੈਗੀ ਆ ਵੱਡੀ ਆ ਹੜੱਪਾ ਸੱਭਿਅਤਾ ਮਿਸਰ ਦੀ ਸੱਭਿਅਤਾ ਦੇ ਨਾਲੋਂ। ਅੱਗੇ ਕੰਟੀਨਿਊ ਕਰਦੇ ਹਾਂ। The earliest civilizations all over the world grow along the banks of rivers because these river valleys were very fertile। ਕਹਿੰਦੇ ਦੇਖੋ ਸੰਸਾਰ ਦੀਆਂ ਜਿੰਨੀਆਂ ਵੀ ਸ਼ੁਰੂ ਵਿੱਚ ਪਹਿਲੀਆਂ ਸੱਭਿਅਤਾਵਾਂ ਹੋਈਆਂ ਉਹਨਾਂ ਸਾਰੀਆਂ ਦਾ ਜਨਮ ਕਿੱਥੇ ਹੋਇਆ, ਕਿੱਥੇ ਵਧੀਆਂ ਫੁੱਲੀਆਂ ਉਹ? ਦੈਨ ਬੈਂਕ ਆਫ ਰਿਵਰ ਮਤਲਬ ਨਦੀਆਂ ਦੇ ਕੰਢਿਆਂ 'ਤੇ। ਕਿਉਂਕਿ ਜਿਹੜੀ ਨਦੀ ਦੀ ਜਿਹੜੀ ਘਾਟੀ ਹੁੰਦੀ ਸੀ, ਵੈਲੀ ਹੁੰਦੀ ਸੀ, ਉੱਥੇ ਦਾ ਜਿਹੜਾ ਏਰੀਆ ਹੁੰਦਾ ਸੀ, ਜ਼ਮੀਨ ਹੁੰਦੀ ਸੀ, ਉਹ ਫਰਟਾਈਲ ਹੁੰਦੀ ਸੀ, ਉਪਜਾਊ ਹੁੰਦੀ ਸੀ। The inhabitants could get regular supply of water। ਇਹ ਤੋਂ ਬਿਨਾਂ ਕੀ ਸੀਗਾ ਕਿ ਜਿਹੜੀਆਂ ਇੱਥੇ ਵਸਨੀਕ ਮਤਲਬ ਹੈ ਨਾ ਸੀਗੇ ਉਹਨਾਂ ਨੂੰ ਕੀ ਸੀਗਾ ਕਿ ਪਾਣੀ ਜਿਹੜਾ ਸੀਗਾ ਆਸਾਨੀ ਨਾਲ ਪ੍ਰਾਪਤ ਹੋ ਜਾਂਦਾ ਸੀਗਾ ਨਦੀਆਂ ਦੇ ਕਿਨਾਰਿਆਂ ਤੋਂ। ਅੱਗੇ ਹੈ ਰਿਵਰ ਆਲਸੋ ਹੈਲਪਡ ਐਜ਼ ਅ ਮੀਨਸ ਆਫ ਟਰਾਂਸਪੋਰਟ। ਅਤੇ ਨਾਲ ਹੀ ਨਾਲ ਜਿਹੜੀਆਂ ਨਦੀਆਂ ਸੀ ਆਵਾਜਾਈ ਦੇ ਸਾਧਨਾਂ ਦੇ ਤੌਰ 'ਤੇ ਵੀ ਜਿਹੜੀਆਂ ਸੀ ਉਹਨਾਂ ਦੀ ਹੈਲਪ ਕਰਦੀਆਂ ਸੀ। Men could move about freely from one place to another and also move their goods to long distance। ਇਹਨਾਂ ਨਾਲ ਕੀ ਸੀ ਕਿ ਮਨੁੱਖ ਆਪਣੀਆਂ ਜਿਹੜੀਆਂ ਚੀਜ਼ਾਂ ਸੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਸਾਨੀ ਨਾਲ ਜਿਹੜਾ ਸੀ ਲਿਜਾ ਸਕਦਾ ਸੀ ਅਤੇ ਆਪ ਵੀ ਜਿਹੜਾ ਸੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਦਾ ਸੀ। The four main
ਸੈਂਟਰਸ ਆਫ ਦਾ ਵਰਲਡਸ ਅਰਲੀਐਸਟ ਸਿਵਲਾਈਜੇਸ਼ਨਸ ਫਾਰ ਕਿ ਦੇਖੋ ਜਿਹੜੀਆਂ ਸੰਸਾਰ ਦੀਆਂ 4 ਮਹਾਨ ਸੱਭਿਅਤਾਵਾਂ ਹੋਈਆਂ ਉਹ ਕਿੱਥੇ ਕਿੱਥੇ ਹੋਈਆਂ, ਕਿਹੜੀਆਂ ਨਦੀਆਂ 'ਤੇ ਹੋਈਆਂ ਉਹ ਦੇਖਦੇ ਆਪਾਂ। ਪਹਿਲਾਂ ਹੈ ਦ ਵੈਲੀ ਆਫ ਰਿਵਰ ਨੀਲ। ਨੀਲ ਨਦੀ ਦੇ ਜਿਹੜੇ ਹੈਗੇ ਆ ਘਾਟੀ ਵਿੱਚ ਕਿਹੜੀ ਸੱਭਿਅਤਾ ਹੋਈ? ਇਜ਼ਿਪਟ, ਜਿਹਨੂੰ ਆਪਾਂ ਮਿਸਰ ਦੀ ਸੱਭਿਅਤਾ ਕਹਿੰਦੇ ਆ। ਇਹ ਇੰਪੋਰਟੈਂਟ ਨੇ, ਇੰਨੀਆਂ ਚਾਰੇ ਦੀਆਂ ਚਾਰੇ ਯਾਦ ਰੱਖਣੀਆਂ ਤੁਸੀਂ, ਕਿਹੜੀ ਨਦੀ ਦੇ ਕੰਢੇ 'ਤੇ ਸੀ। ਦ ਵੈਲੀ ਆਫ ਰਿਵਰਸ ਟਿਗਰਸ ਐਂਡ ਅੱਗੇ ਦਿੱਤਾ ਹੋਇਆ ਆਪਾਂ ਨੂੰ ਐਫਰੈਟਸ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਾਂਗੇ ਫਰਾਤ। ਇੱਥੇ ਜਿਹੜੀ ਸੱਭਿਅਤਾ ਹੋਈ ਉਹ ਹੋਈ ਆ ਮੈਸੋਪੋਟਾਮੀਆ ਦੀ ਸੱਭਿਅਤਾ। ਦ ਵੈਲੀ ਆਫ ਰਿਵਰ ਇੰਡਸ, ਇੰਡਸ ਨਦੀ ਦੇ ਜਿਹੜੇ ਕੰਢੇ 'ਤੇ ਕਿਹੜੀ ਸੱਭਿਅਤਾ ਹੋਈ? ਇੰਡਸ ਵੈਲੀ, ਸਿੰਧ ਘਾਟੀ ਦੀ ਸੱਭਿਅਤਾ, ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਦ ਵੈਲੀ ਆਫ ਰਿਵਰਸ ਹਵਾਂਗਹੋ ਐਂਡ ਜਾਂਗਸਕਿਆਂਗ, ਇਹਦੇ ਕੰਢੇ 'ਤੇ ਕਿਹੜੀ ਸੱਭਿਅਤਾ ਹੋਈ ਆ? ਚਾਈਨੀਜ਼ ਸੱਭਿਅਤਾ, ਚਾਈਨਾ ਦੀ ਜਿਹੜੀ ਹੈਗੀ ਆ ਚੀਨੀ ਸੱਭਿਅਤਾ ਹੋਈ ਆ। ਅੱਗੇ ਹੈ non-voiceful names such as the Indus Valley Civilization, Indus Saraswati Civilization and the Harappa Civilization। ਦੇਖੋ ਕਹਿੰਦੇ ਜਿਹੜੀ ਸਿੱਧੂ ਘਾਟੀ ਦੀ ਸੱਭਿਅਤਾ ਵਾ ਇਹਨੂੰ ਹੋਰ ਵੀ ਕਈ ਨਾਮਾਂ ਨਾਲ ਜਾਣਿਆ ਜਾਂਦਾ। ਕਿਹੜੇ ਕਿਹੜੇ? ਜਿਵੇਂ ਸਿੰਧ ਘਾਟੀ ਦੀ ਸੱਭਿਅਤਾ ਵੀ ਕਿਹਾ ਜਾਂਦਾ ਵਾ ਐਂਡ ਸਿੰਧ ਸਰਸਵਤੀ ਸੱਭਿਅਤਾ ਵੀ ਕਿਹਾ ਜਾਂਦਾ। ਅਤੇ ਇਹ ਤੋਂ ਬਿਨਾਂ ਹੋਰ ਕੀ ਨਾਮ ਦਿੱਤਾ ਗਿਆ? ਹੜੱਪਾ ਸਿਵਲਾਈਜੇਸ਼ਨ, ਮਤਲਬ ਹੜੱਪਾ ਸੱਭਿਅਤਾ ਦਾ ਨਾਮ ਵੀ ਇਹਨੂੰ ਦਿੱਤਾ ਗਿਆ ਵਾ। ਇਟ ਰੀਚਡ ਦਾ ਹਾਈਟ ਆਫ ਡਿਵੈਲਪਮੈਂਟ ਅਰਾਊਂਡ 3000 BC। ਕਹਿੰਦੇ ਜੇ ਗੱਲ ਕਰੀਏ ਤਾਂ 3000 BC ਦੇ ਵਿੱਚ ਜਿਹੜੀ ਸੀ ਇਹ ਆਪਣੀ ਪੂਰੀ ਜਿਹੜਾ ਸੀਗਾ ਵਿਕਾਸ ਦੇ ਉੱਨਤੀ 'ਤੇ ਸੀਗੀ। ਫੋਰ ਅਬਾਊਟ 1000 ਈਅਰ ਇਟ ਵਾਜ਼ ਆ ਫਲੋਰਿਸ਼ਡ ਸਿਵਲਾਈਜੇਸ਼ਨ। ਅਤੇ ਇਹ ਤੋਂ ਬਿਨਾਂ ਕੀ ਆ ਕਿ ਜੇ 1000 ਸਾਲ ਜਿਹੜਾ ਹੈਗਾ ਵਾ BC ਦੀ ਗੱਲ ਕਰੀਏ ਤਾਂ ਉਸ ਟਾਈਮ ਵਿੱਚ ਜਿਹੜੀ ਇਹ ਸੱਭਿਅਤਾ ਸੀਗੀ ਇਹਦਾ ਜਿਹੜਾ ਸੀ ਵਿਕਾਸ ਹਲੇ ਹੋ ਰਿਹਾ ਸੀਗਾ 1000 ਸਾਲ ਤੱਕ। ਵਿਦ ਦਾ ਡਰਾਇੰਗ ਅਪ ਆਫ ਦਾ ਰਿਵਰ ਸਰਸਵਤੀ, ਪਰ ਜਿਵੇਂ ਜਿਵੇਂ ਕਹਿੰਦੇ ਸੀਗੇ ਕਿ ਸਰਸਵਤੀ ਨਦੀ ਆ ਜਿਹੜੀ ਉਹ ਸੁੱਕ ਗਈ, ਕਦੋਂ ਤੱਕ? 1900 BC ਤੱਕ। ਇਟਸ ਡਿਕਲਾਈਨ ਸਟਾਰਟਡ ਵੈਨ ਪੀਪਲ ਸੀਮ ਟੂ ਹੈਵ ਮਚ ਮਾਈਗ੍ਰੇਟ ਟੂ ਦਾ ਗੰਗੈਟਿਕ ਪਲੇਨਸ ਆਫ ਨਾਰਦਰਨ ਇੰਡੀਆ। ਅਤੇ ਕਹਿੰਦੇ ਜਿਵੇਂ ਜਿਵੇਂ ਮਤਲਬ 1900 ਈਸਵੀ ਦੇ ਪੂਰਬ ਦੇ ਵਿੱਚ ਜਿਹੜੀ ਇਹ ਸਰਸਵਤੀ ਨਦੀ ਸੁੱਕਣ ਲੱਗ ਗਈ ਤਾਂ ਇਹ ਸੱਭਿਅਤਾ ਦਾ ਵੀ ਪਤਨ ਹੋਣਾ ਸ਼ੁਰੂ ਹੋ ਗਿਆ। ਅਤੇ ਉੱਥੋਂ ਦੇ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਜਾ ਕੇ ਰਹਿਣ ਲੱਗੇ। ਅੱਗੇ ਹੈ ਦਿਸ ਸਿਵਲਾਈਜੇਸ਼ਨ ਕੇਮ ਟੂ ਲਾਈਟ ਵਿਦ ਦਾ ਡਿਸਕਵਰੀ ਆਫ ਹੜੱਪਾ located in the Montgomery district of Punjab and Mohenjo-daro in the Larkana district of Sindh in Pakistan in 1921 and 22। ਹੁਣ ਦੇਖੋ ਕਹਿੰਦੇ ਜਿਹੜੀ ਹੜੱਪਾ ਸਿਵਲਾਈਜੇਸ਼ਨ ਹੈ ਇਹਦੀ ਖੋਜ ਕਦੋਂ ਹੋਈ ਅਤੇ ਕਿੱਥੇ ਜਿਹੜੇ ਹੈਗੇ ਏਰੀਏ ਲੋਕੇਟਡ ਆ। ਇਹਦੇ ਵਿੱਚੋਂ ਜਿਹੜੇ ਮੇਨ ਆ ਉਹ ਮੈਂ ਤੁਹਾਨੂੰ ਰਾਊਂਡ ਕਰਕੇ ਪੜ੍ਹਾ ਦਿੰਦੀ ਹਾਂ, ਉਹ ਤੁਸੀਂ ਯਾਦ ਰੱਖਣਾ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਕਿ ਜਿਹੜਾ ਹੜੱਪਾ ਸ਼ਹਿਰ ਆ, ਠੀਕ ਹੈ, ਉਹਦੀ ਖੋਜ ਕਦੋਂ ਹੋਈ? 1921 ਈਸਵੀ ਦੇ ਵਿੱਚ। ਅਤੇ ਕਿੱਥੇ ਜਿਹੜੀ ਹੈਗੀ ਇਹਦੀ ਖੋਜ ਹੋਈ? ਦੇਖੋ ਦਿੱਤਾ ਹੋਇਆ ਕਿ ਮੈਂਟਗੋਮਰੀ ਡਿਸਟ੍ਰਿਕਟ ਆਫ ਪੰਜਾਬ, ਕਿ ਪਾਕਿਸਤਾਨੀ ਪੰਜਾਬ ਦਾ ਜਿਹੜਾ ਮੈਂਟਗੋਮਰੀ ਜ਼ਿਲ੍ਹਾ ਵਾ ਉੱਥੋਂ ਦਾ ਜਿਹੜਾ ਏਰੀਆ ਵਾ ਉੱਥੋਂ ਹੜੱਪਾ ਨਗਰ ਦੀ ਖੋਜ ਹੋਈ ਆ 1921 ਦੇ ਵਿੱਚ। ਐਂਡ ਇਹ ਖੋਜ ਕੀਤੀ ਕਿਹਨੇ ਕੀਤੀ ਆ? ਦਇਆ ਰਾਮ ਸਾਨੀ ਜੀ ਨੇ, ਠੀਕ ਹੈ। ਉਹਦੇ ਨਾਲ ਆਪਾਂ ਨੂੰ ਇੱਕ ਸੈਕਿੰਡ ਜਿਹੜਾ ਹੜੱਪਾ ਦਾ ਮਸ਼ਹੂਰ ਨਗਰ ਦਿੱਤਾ ਹੋਇਆ ਉਹ ਦਿੱਤਾ ਹੋਇਆ ਮੋਹਿੰਜੋਦੜੋ। ਮੋਹਿੰਜੋਦੜੋ ਜਿਹੜਾ ਉਹ ਸਿੰਧ ਪ੍ਰਾਂਤ ਦਾ ਲਰਕਾਨਾ ਜ਼ਿਲ੍ਹਾ ਸੀਗਾ। ਅਤੇ ਇਹਦੀ ਖੋਜ ਜਿਹੜੀ ਹੋਈ ਆ 1922 ਈਸਵੀ ਵਿੱਚ ਇਹ ਕੀਤੀ ਆ ਰਾਖਲਦਾਸ ਬੈਨਰਜੀ ਨੇ, ਠੀਕ ਹੈ ਜੀ। ਇਹ ਫੈਕਟ ਆ ਜਿਹੜੇ ਤੁਸੀਂ ਯਾਦ ਰੱਖਣੇ ਆ। ਅੱਗੇ ਕੰਟੀਨਿਊ ਕਰਦੇ ਹਾਂ। Afterward, many more cities like Chanhodro in Sindh, Kalibanga in Rajasthan, Methar, Banwali, Kunal and Rakhigadi in Haryana, Lothal, Rangpur and Dholavira in Gujarat were also discovered। ਦੇਖੋ ਇਹ ਤੋਂ ਬਿਨਾਂ ਆਪਾਂ ਨੂੰ ਦੱਸੇ ਹੋਏ ਆ, ਦੇਖੋ ਕਿਹੜੇ ਕਿਹੜੇ ਸ਼ਹਿਰ ਆ ਅਤੇ ਕਿਹੜੇ ਕਿਹੜੇ ਸਟੇਟ ਦੇ ਵਿੱਚ ਆ। ਚਨਹੁਦਰੋ ਆ ਜਿਹੜਾ ਇਹ ਕਿੱਥੋਂ ਦਾ? ਸਿੰਧ ਦੇ ਵਿੱਚ। ਕਾਲੀਬੰਗਾ ਕਿੱਥੇ ਆ? ਰਾਜਸਥਾਨ ਵਿੱਚ।
ਮਿਥਾਲ ਹੋ ਗਿਆ, ਬਨਵਾਲੀ ਹੋ ਗਿਆ ਐਂਡ ਕੁਨਾਲ ਹੋ ਗਿਆ, ਇਹ ਤੇ ਰਾਖੀਗੜ੍ਹੀ ਹੋ ਗਿਆ। ਇਹ ਚਾਰੇ ਕਿੱਥੇ ਨੇ? ਹਰਿਆਣਾ ਸਟੇਟ ਦੇ ਵਿੱਚ। ਇਹ ਤੋਂ ਬਿਨਾਂ ਜਿਹੜਾ ਲੋਥਲ ਹੋ ਗਿਆ, ਰੰਗਪੁਰ ਹੋ ਗਿਆ ਜਾਂ ਧੌਲਾਵੀਰਾ ਹੋ ਗਿਆ, ਇਹ ਕਿੱਥੇ ਨੇ? ਇਹ ਗੁਜਰਾਤ ਦੇ ਵਿੱਚ ਨੇ, ਖੋਜ ਕੀਤੀ ਗਈ ਇਹਨਾਂ ਦੀ। ਹੁਣ ਆਪਾਂ ਪੰਜਾਬ ਦੇ ਜਿਹੜੇ ਹੈਗੇ ਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਹਿਸਟਰੀ ਪੜ੍ਹ ਰਹੇ ਹਾਂ, ਠੀਕ ਆ। ਤਾਂ ਉਹਦੇ ਵਿੱਚ ਮੋਸਟਲੀ ਜਿਹੜਾ ਪੁਆਇੰਟ ਆਊਟ ਕੀਤਾ ਹੋਊਗਾ ਉਹ ਜਿਹੜੇ ਪੰਜਾਬ ਵਿੱਚ ਨੇ ਏਰੀਆ ਮਿਲੇ ਉਹਨਾਂ ਨੂੰ ਹੀ ਕੀਤਾ ਹੋਊਗਾ, ਉਹਨਾਂ ਬਾਰੇ ਆਪਾਂ ਡਿਟੇਲ 'ਚ ਪੜ੍ਹਨਾ। ਇਨ ਪੰਜਾਬ ਸੰਗੋਲ ਲੁਧਿਆਣਾ ਜ਼ਿਲ੍ਹਾ ਵਿੱਚ, ਠੀਕ ਹੈ। 12 ਕੋਟਲਾ ਨਿਹੰਗ ਖਾਂ ਨੀਅਰ ਰੋਪੜ ਜਾਂ ਰੂਪਨਗਰ ਦੇ ਕੋਲ ਐਂਡ ਰੋਹੀੜਾ ਸੰਗਰੂਰ, ਠੀਕ ਹੈ, ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਹੈਵ ਯੀਲਡਡ ਇੰਪੋਰਟੈਂਟ ਰਿਮੇਨਸ ਆਫ ਦਾ ਸਿਵਲਾਈਜੇਸ਼ਨ। ਇਹ ਜਿਹੜੇ ਸੀਗੇ ਪੰਜਾਬ ਵਿੱਚ ਮਸ਼ਹੂਰ ਥਾਂ ਸੀਗੇ ਹੜੱਪਾ ਸੱਭਿਅਤਾ ਦੇ। ਅੱਗੇ ਦਿੱਤਾ ਹੋਇਆ ਸਾਈਟਸ ਆਫ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਜਿਹੜੇ ਸਾਈਟਸ ਨੇ ਆਪਾਂ ਨੂੰ ਉਹ ਦਿਖਾਏ ਹੋਏ ਆ ਮੈਪ ਦੇ ਵਿੱਚ। ਹਾਂਜੀ, ਇਹ ਰਿਹਾ ਰੰਗਪੁਰ, ਲੋਥਲ ਜਿਹੜੇ ਆਪਣੇ ਗੁਜਰਾਤ ਦੇ ਵਿੱਚ ਨੇ। ਅੱਗੇ ਆ ਗਿਆ ਆਪਣਾ ਚਨਹੁਦਰੋ, ਸੁਤਕਾਂਗੇਡੋਰ, ਅਲੀਮਰਦ, ਇੰਡਸ, ਸਾਹੀਟਮ, ਮਹਿੰਜੋਦੜੋ, ਹੜੱਪਾ, ਗੁਰਾਮ, ਮੀਥਲ, ਸੰਗੋਲ, ਕਾਲੀਬੰਗਾ। ਦੇਖੋ ਬੀਕਾਨੇਰ ਦੇ ਏਰੀਆ ਦੇ ਵਿੱਚ ਕਾਲੀਬੰਗਾ ਜਿਹੜਾ ਸ਼ੋਅ ਹੋ ਰਿਹਾ ਵਾ। ਆਲਮਗੀਰਪੁਰ ਜਿਹੜਾ ਆਪਣਾ ਉੱਤਰ ਪ੍ਰਦੇਸ਼ ਦੇ ਵਿੱਚ ਆ। ਇਹ ਤੋਂ ਬਿਨਾਂ ਆਪਾਂ ਨੂੰ ਦਿੱਤਾ ਹੋਇਆ ਕੋਟਲਾ ਨਿਹੰਗ ਖਾਂ ਰੋਪੜ ਦਾ। ਹਾਂਜੀ, ਇਹ ਜਿਹੜੇ ਸੀਗੇ ਏਰੀਏ ਦਿਖਾਏ ਹੋਏ ਆਪਾਂ ਨੂੰ ਹੜੱਪਾ ਸੱਭਿਅਤਾ ਦੇ। ਅੱਗੇ ਹੈ ਹੜੱਪਾ ਸਿਵਲਾਈਜੇਸ਼ਨ ਇਨ ਪੰਜਾਬ, ਠੀਕ ਹੈ ਜੀ। ਪੰਜਾਬ ਵਿੱਚ ਹੜੱਪਾ ਸੱਭਿਅਤਾ ਬਾਰੇ ਆਪਾਂ ਪੜ੍ਹਨਾ ਕਿ ਉਹਦੇ ਕਿਹੜੇ ਕਿਹੜੇ ਏਰੀਏ ਰਹੇ ਆ ਅਤੇ ਕਿਹਨੇ ਕਿਹਨੇ ਉਹਦੀ ਖੋਜ ਕੀਤੀ ਜਾਂ ਕਦੋਂ ਉਹਦੀ ਖੋਜ ਹੋਈ। ਆਰਕੀਓਲੋਜੀਕਲ ਡਿਪਾਰਟਮੈਂਟ ਆਫ ਪੰਜਾਬ ਡਿਊਰਿੰਗ ਐਕਸਕਾਵੇਸ਼ਨਸ ਮਤਲਬ ਖੋਜ have found such places which belongs to the ਹੜੱਪਾ ਸਿਵਲਾਈਜੇਸ਼ਨ। ਪੰਜਾਬ ਦਾ ਜਿਹੜਾ ਆਰਕੀਓਲੋਜੀਕਲ ਆਪਾਂ ਕਹਿ ਦਈਏ ਡਿਪਾਰਟਮੈਂਟ ਸੀ, ਪੁਰਾਤਤਵ ਵਿਭਾਗ ਦਾ ਖੋਜ ਕਰਨ ਵਾਲਾ ਜਿਹੜਾ ਸੀਗਾ, ਉਹਨਾਂ ਨੇ ਪੰਜਾਬ ਵਿੱਚ ਹੜੱਪਾ ਸਿਵਲਾਈਜੇਸ਼ਨ ਦੇ ਜਿਹੜੇ ਪਲੇਸ ਆ ਉਹਨਾਂ ਦੀ ਖੋਜ ਕੀਤੀ ਆ। ਆ ਬਰੀਫ ਅਕਾਊਂਟ ਆਫ ਦੀਜ਼ ਪਲੇਸਸ ਇਜ਼ ਗਿਵਨ ਐਜ਼ ਅੰਡਰ, ਅਤੇ ਉਹਨਾਂ ਬਾਰੇ ਜਿਹੜੀ ਬਰੀਫ ਜਾਣਕਾਰੀ ਆ ਸੰਖੇਪ ਵਿੱਚ ਆਪਾਂ ਨੂੰ ਹੇਠਾਂ ਦਿੱਤੀ ਹੋਈ ਆ। ਆਓ ਉਹਨੂੰ ਪੜ੍ਹਦੇ ਹਾਂ ਹੁਣ। ਸਭ ਤੋਂ ਪਹਿਲਾਂ ਜਿਸ ਏਰੀਏ ਦੀ ਗੱਲ ਕੀਤੀ ਜਾ ਰਹੀ ਆ ਉਹ ਹੈ ਸੰਗੋਲ। ਸੰਗੋਲ ਇਜ਼ ਸਿਟੂਏਟਡ ਇਨ ਲੁਧਿਆਣਾ ਡਿਸਟ੍ਰਿਕਟ। ਦੇਖੋ ਸੰਗੋਲ ਆ ਜਿਹੜਾ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਆ। ਦਾ ਟਾਊਨ ਵਾਜ ਐਕਸਵੇਟਡ ਬਾਏ SS ਤਲਵਾਰ ਐਂਡ RS ਵਿਸਤ ਇਨ 1968। ਜਿਹੜਾ ਸੰਗੋਲ ਆ ਉਹਦੀ ਖੋਜ ਕਿਹਨੇ ਕੀਤੀ ਆ? ਲਿਖਿਆ ਹੋਇਆ ਨਾ ਐਕਸਕਵੇਟਡ, ਕਿਹਨੇ ਕੀਤਾ ਉਹ? SS ਤਲਵਾਰ ਨੇ ਐਂਡ RS ਵਿਸਤ ਨੇ। ਕਦੋਂ? 1968 ਈਸਵੀ ਦੇ ਵਿੱਚ। We have found many utensils and statues of Indus Valley civilization from here। ਕਹਿੰਦੇ ਇੱਥੋਂ ਸਾਨੂੰ ਕੀ ਮਿਲਿਆ ਕਿ ਜਿਹੜੀ ਸਿੰਧੂ ਘਾਟੀ ਸੱਭਿਅਤਾ ਉਹਨਾਂ ਰਿਲੇਟਡ ਬਹੁਤ ਸਾਰੇ ਬਰਤਨ ਮਿਲੇ ਆ ਐਂਡ ਨਾਲ ਹੀ ਨਾਲ ਕੀ ਆ ਕਿ ਸਟੈਚੂ ਆ ਜਿਹੜੀਆਂ ਮੂਰਤੀਆਂ ਉਹ ਵੀ ਮਿਲੀਆਂ ਨੇ। ਦਿਸ ਸੈਂਟਰ ਹੈਡ ਆ ਬਿਗ ਮੋਟ ਵਿਚ ਆਲਵੇਜ ਰਿਮੇਨਡ ਫੁੱਲ ਵਿਦ ਵਾਟਰ। ਕਹਿੰਦੇ ਇਸ ਤੋਂ ਬਿਨਾਂ ਇਹਦੇ ਆਲੇ ਦੁਆਲੇ ਜਿਹੜੀ ਕੀ ਆ ਸਾਨੂੰ ਇੱਕ ਵੱਡੀ ਖਾਈ ਵੀ ਮਿਲੀ ਆ, ਠੀਕ ਹੈ, ਜਿਹੜੀ ਹਮੇਸ਼ਾ ਕੀ ਆ ਫੁੱਲ ਰਹਿੰਦੀ ਆ, ਕਿਹਦੇ ਨਾਲ? ਪਾਣੀ ਦੇ ਨਾਲ। ਅੱਗੇ ਹੈ ਇਟ ਵਾਜ਼ ਬੁਲਟ ਟੂ ਪ੍ਰੋਟੈਕਟ ਦਾ ਸਿਟੀ ਫਰੋਮ ਐਨੇਮੀਜ਼। ਕਹਿੰਦੇ ਕਿਉਂ ਬਣਾਈ ਗਈ ਇਹ? ਜਿਹੜਾ ਸ਼ਹਿਰ ਆ ਉਹਨੂੰ ਦੁਸ਼ਮਣਾਂ ਦੇ ਹਮਲਿਆਂ ਤੋਂ ਬਚਾਉਣ ਲਈ ਜਾਂ ਸ਼ਹਿਰ ਦੀ ਸੁਰੱਖਿਆ ਦੇ ਲਈ ਜਿਹੜੀ ਇਹ ਸੀ ਬਣਾਈ ਗਈ ਸੀ। ਨੈਕਸਟ ਹੈ ਰੋਹੀੜਾ। ਹੁਣ ਆਪਾਂ ਰੋਹੀੜਾ ਬਾਰੇ ਪੜ੍ਹਦੇ ਹਾਂ ਕਿ ਜਿਹੜਾ ਰੋਹੀੜਾ ਕਿੱਥੇ ਸਥਿਤ ਆ। ਰੋਹੀੜਾ ਇਜ਼ ਸਿਟੂਏਟਡ ਇਨ ਡਿਸਟ੍ਰਿਕਟ ਸੰਗਰੂਰ। ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਰੋਹੀੜਾ ਹੈਗਾ ਇਹ ਸਥਿਤ ਆ। ਇਟ ਵਾਜ ਐਕਸਕਵੇਟਡ ਇਨ
1976 ਐਂਡ 1977 AD। ਇਹਦੀ ਜਿਹੜੀ ਖੋਜ ਆ ਕਦੋਂ ਹੋਈ ਆ 1976-77 ਈਸਵੀ ਵਿੱਚ ਹੋਈ ਆ। ਅਤੇ ਇੱਥੋਂ ਕੀ ਕੁਝ ਮਿਲਿਆ ਵਾ ਉਹ ਦੇਖਦੇ ਹਾਂ। ਦਾ ਯੂਟੈਂਸਿਲਸ ਬ੍ਰਿਕਸ ਐਂਡ ਟੋਇਜ਼ ਮੇਡ ਆਫ ਕਲੇ, ਮਿੱਟੀ ਦੇ ਬਣੇ ਹੋਏ ਇੱਥੋਂ ਬਰਤਨ ਮਿਲੇ ਆ, ਇੱਟਾਂ ਮਿਲੀਆਂ ਨੇ ਐਂਡ ਖਿਡੌਣੇ ਮਿਲੇ ਨੇ। ਠੀਕ ਹੈ, ਫਾਊਂਡ ਹੇਅਰ। ਇਟ ਸੀਮਸ ਦੈਟ ਹੜੱਪਾ ਸਿਵਲਾਈਜੇਸ਼ਨ ਐਂਡ ਰੋਹੀੜਾ ਸਿਵਲਾਈਜੇਸ਼ਨ ਹੈਡ ਬੀਨ ਇਨ ਐਕਸਟੈਂਸ਼ਨਸ ਐਟ ਸੇਮ ਟਾਈਮ। ਕਹਿੰਦੇ ਨਾਲ ਹੀ ਨਾਲ ਇਹ ਵੀ ਜਾਪਦਾ ਕਿ ਜਿਹੜਾ ਹੜੱਪਾ ਸੱਭਿਅਤਾ ਅਤੇ ਰੋਹੀੜਾ ਸੱਭਿਅਤਾ ਦੇ ਨਾਲ ਜਿਹੜੀਆਂ ਹੈਗੀਆਂ ਨੇ ਇੱਕ ਦੂਜੇ ਦੇ ਨਾਲ ਨਾਲ ਚੱਲਦੀਆਂ ਸੀ। ਨੈਕਸਟ ਹੈ ਸੁਨੇਤ। ਹੁਣ ਆਪਾਂ ਸੁਨੇਤ ਬਾਰੇ ਪੜ੍ਹਾਂਗੇ। ਸੁਨੇਤ ਇਜ਼ ਸਿਚੁਏਟਡ ਇਨ ਡਿਸਟ੍ਰਿਕਟ ਲੁਧਿਆਣਾ। ਸੁਨੇਤ ਆ ਜਿਹੜਾ ਉਹ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਆ। ਇਟ ਵਾਜ ਐਕਸਕੁਏਟਡ ਇਨ 1983 ਐਂਡ 84। ਇਹਦੀ ਜਿਹੜੀ ਖੋਜ ਆ ਉਹ 1983-84 ਈਸਵੀ ਵਿੱਚ ਹੋਈ ਆ। The remains found here give us good information about the last period of ਹੜੱਪਾ civilization। ਦੇਖੋ ਲਾਸਟ ਪੀਰੀਅਡ ਯਾਦ ਰੱਖਣਾ ਕਿ ਜਿਹੜਾ ਇਹ ਸੁਨੇਤ ਆ ਨਾ, ਇਹਦੇ ਵਿੱਚੋਂ ਹੜੱਪਾ ਸਿਵਲਾਈਜੇਸ਼ਨ ਦੀਆਂ ਜਿਹੜੀਆਂ ਵੀ ਮਤਲਬ ਚੀਜ਼ਾਂ ਮਿਲੀਆਂ ਨੇ ਉੱਥੋਂ ਹੜੱਪਾ ਸੱਭਿਅਤਾ ਦੇ ਲਾਸਟ ਪੀਰੀਅਡ ਦੀ ਜਾਣਕਾਰੀ ਮਿਲਦੀ ਹੈ, ਮਤਲਬ ਉਹਦੇ ਖਤਮ ਹੋਣ ਅਤੇ ਪਤਨ ਦੀ ਜਾਣਕਾਰੀ ਮਿਲਦੀ ਆ। ਕਈ ਵਾਰ ਇਹ ਕੁਐਸਚਨ ਪੁੱਟ ਕਰ ਲਿਆ ਜਾਂਦਾ ਕਿ ਹੜੱਪਾ ਦੇ ਜਿਹੜੀ ਲਾਸਟ ਪੀਰੀਅਡ ਦੀ ਜਾਣਕਾਰੀ ਹੈ ਕਿੱਥੋਂ ਮਿਲਦੀ, ਤਾਂ ਉਹ ਸੁਨੇਤ ਤੋਂ ਮਿਲਦੀ ਆ, ਜਿਹੜਾ ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ ਆ ਪੰਜਾਬ ਦੇ ਵਿੱਚ। ਅੱਗੇ ਹੈ ਕੋਟਲਾ ਨਿਹੰਗ ਖਾਂ। ਇਟ ਇਜ਼ ਸਿਚੁਏਟਡ ਇਨ ਡਿਸਟ੍ਰਿਕਟ ਰੋਪੜ, ਜਿਹੜਾ ਕਿ ਕਿੱਥੇ ਸਥਿਤ ਆ, ਰੋਪੜ ਜ਼ਿਲ੍ਹੇ ਦੇ ਵਿੱਚ ਸਥਿਤ ਆ। ਇਟ ਵਾਜ ਡਿਸਕਵਰਡ ਬਾਈ ਵਾਈ ਡੀ ਸ਼ਰਮਾ। ਇਹਨੇ ਜਿਹੜੇ ਹੈਗੀ ਖੋਜ ਕਿਹਨੇ ਕੀਤੀ ਆ, ਵਾਈ ਡੀ ਸ਼ਰਮਾ ਜਿਹੜੇ ਨੇ ਉਹਨਾਂ ਨੇ ਕੀਤੀ ਆ। ਇਨ 1953 AD, ਕਦੋਂ ਕੀਤੀ ਆ 1953 ਈਸਵੀ ਦੇ ਵਿੱਚ। ਦਾ ਯੂਟੈਂਸਿਲਸ ਟੂਲਸ ਸ਼ੀਟਸ ਐਂਡ ornaments found here are similar to the ਹੜੱਪਾ ਕਲਚਰ। ਇੱਥੋਂ ਜਿਹੜੇ ਬਰਤਨ ਮਿਲੇ ਆ, ਠੀਕ ਹੈ, ਜਾਂ ਜਿਹੜੇ ਸੰਦ ਆਪਾਂ ਕਹਿ ਦਈਏ ਮਿਲੇ ਆ, ਜਾਂ ਜਿਹੜੇ ਕੀ ਆ ਕਿ ਜਿਹੜੇ ਸ਼ੀਟਸ ਮਿਲੇ ਆ, ਮੋਹਰਾਂ ਮਿਲੀਆਂ ਨੇ, ਠੀਕ ਹੈ, ਸੌਰੀ ਮੋਹਰਾਂ ਨਹੀਂ, ਜਾਂ ਇਹ ਤੋਂ ਬਿਨਾਂ ਆਪਾਂ ਔਰਨਾਮੈਂਟ, ਹਾਂ ਮੋਹਰਾਂ ਦੇ ਨਾਲ ਔਰਨਾਮੈਂਟ ਮਤਲਬ ਕਿ ਗਹਿਣੇ ਨੇ ਜਿਹੜੇ ਇਹ ਮਿਲੇ ਨੇ, ਤਾਂ ਇਹ ਕਿਹਦੇ ਨਾਲ ਮਿਲਦੇ ਜੁਲਦੇ ਨੇ, ਹੜੱਪਾ ਕਲਚਰ ਦੇ ਨਾਲ ਮਿਲਦੇ ਜੁਲਦੇ ਆ, ਤਾਂ ਕਰਕੇ ਇਹਨੂੰ ਵੀ ਹੜੱਪਾ ਦਾ ਸੱਭਿਅਤਾ ਦੀ ਨਗਰ ਕਿਹਾ ਜਾਂਦਾ ਵਾ। 5th ਹੈ ਬਨਾਵਾਲੀ। ਇਟ ਇਜ਼ ਸਿਚੁਏਟਡ ਇਨ ਹਿਸਾਰ ਡਿਸਟ੍ਰਿਕਟ ਆਫ ਹਰਿਆਣਾ। ਬਨਾਵਾਲੀ ਆ ਜਿਹੜਾ ਇਹ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਵਿੱਚ ਸਥਿਤ ਆ। ਇਟ ਵਾਜ ਐਕਸਕੁਏਟਡ ਬਾਈ RS ਬਿਸਤ ਇਨ 1973। ਇਹਦੀ ਜਿਹੜੀ ਖੋਜ ਆ RS ਬਿਸਤ ਦੇ ਦੁਆਰਾ 1973 ਈਸਵੀ ਵਿੱਚ ਕੀਤੀ ਗਈ ਆ। The tools, sheets, ornaments and statues found here are similar to those found in ਹੜੱਪਾ। ਕਹਿੰਦੇ ਦੇਖੋ ਇੱਥੋਂ ਕੀ ਆ ਕਿ ਜਿਹੜੇ ਔਜ਼ਾਰ ਮਿਲੇ ਆ, ਜਿਹੜੇ ਮੋਹਰਾਂ ਮਿਲੀਆਂ ਨੇ, ਗਹਿਣੇ ਮਿਲੇ ਆ ਜਾਂ ਮੂਰਤੀਆਂ ਮਿਲੀਆਂ, ਉਹ ਵੀ ਕੀ ਆ ਕਿ ਹੜੱਪਾ ਸੱਭਿਅਤਾ ਦੇ ਨਾਲ ਬਿਲਕੁਲ ਮਿਲਦੀਆਂ ਜੁਲਦੀਆਂ ਨੇ। ਅੱਗੇ ਹੈ ਇੰਪੋਰਟੈਂਟ ਇਨਫੋਰਮੇਸ਼ਨ ਅਬਾਊਟ ਦਾ ਪਲੇਸ ਲਾਈਕ ਰਾਖੀਗੜ੍ਹੀ, ਮਿਤਾਥਲ and Kunal, which fall in the Haryana state, can be gathered from the articles and utensils found during excavation from these places। ਕਹਿੰਦੇ ਇਹ ਤੋਂ ਬਿਨਾਂ ਹਰਿਆਣਾ ਪ੍ਰਾਂਤ ਵਿੱਚੋਂ ਜਿਹੜੇ ਹੈਗੇ ਆ ਹੋਰ ਥਾਂ ਵੀ ਮਿਲੇ ਆ 3, ਕਿਹੜੇ ਕਿਹੜੇ, ਰਾਖੀਗੜ੍ਹੀ ਹੋ ਗਿਆ, ਠੀਕ ਹੈ, ਇਹ ਤੋਂ ਬਿਨਾਂ ਮਿਤਾਥਲ ਹੋ ਗਿਆ ਐਂਡ ਕੁਨਾਲ ਹੋ ਗਿਆ। ਇਹਨਾਂ ਵਿੱਚੋਂ ਖੁਦਾਈ ਤੋਂ ਬਾਅਦ ਜਿਹੜੀਆਂ ਵਸਤਾਂ ਜਾਂ ਬਰਤਨ ਜਿਹੜੇ ਪ੍ਰਾਪਤ ਹੋਏ ਆ, ਤਾਂ ਉਹਨਾਂ ਦੀ ਜਿਹੜੀ ਵੀ ਕੀ ਆ ਕਿ ਹੜੱਪਾ ਸੱਭਿਅਤਾ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਆ ਉਹਨਾਂ ਤੋਂ ਵੀ। ਨੈਕਸਟ ਹੈ ਟਾਊਨ ਪਲੈਨਿੰਗ, ਮਤਲਬ ਨਗਰ ਯੋਜਨਾ ਜਿਹੜੀ ਸੀ ਉਹਨਾਂ ਦੀ। ਵੈਲ ਪਲੈਨਡ ਸਿਟੀਜ਼ ਲਾਈਕ ਦੋਜ਼ ਆਫ ਮਾਡਰਨ ਟਾਈਮਸ ਆਰ ਆ ਸਪੈਸ਼ਲ ਫੀਚਰ ਆਫ ਦਿਸ ਸਿਵਲਾਈਜੇਸ਼ਨ। ਕਹਿੰਦੇ ਦੇਖੋ ਸਿੱਧੂ ਘਾਟੀ ਸੱਭਿਅਤਾ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਕੀ ਸੀ ਕਿ ਇਹ ਜਿਹੜੇ ਸੀਗੇ ਆਧੁਨਿਕ ਮਹਾਨਗਰਾਂ ਦੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਬਣਾਏ ਹੋਏ ਨਗਰ ਸੀਗੇ। ਦਾ ਸਿਟੀਜ਼ ਵਰ ਯੂਜ਼ਲੀ ਡਿਵਾਈਡਡ ਇਨਟੂ 2 ਪਾਰਟਸ। ਜਿਹੜੇ ਸ਼ਹਿਰ ਸੀ ਉਹਨਾਂ ਨੂੰ 2 ਪਾਰਟਸ ਵਿੱਚ ਵੰਡਿਆ ਹੋਇਆ ਸੀ, ਕਿਹੜੇ ਕਿਹੜੇ, ਦਾ ਅੱਪਰ ਪਾਰਟ ਐਂਡ ਦਾ ਲੋਅਰ ਪਾਰਟ, ਮਤਲਬ ਕਿ ਉੱਪਰੀ ਭਾਗ ਅਤੇ ਹੇਠਲਾ ਭਾਗ। ਦਾ ਫੋਰਟੀਫਾਈਡ ਅੱਪਰ ਪਾਰਟ contained the public buildings and the residential house of
ਰੂਲਿੰਗ ਕਲਾਸਿਸ। ਦੇਖੋ ਕਹਿੰਦੇ ਜਿਹੜਾ ਅੱਪਰ ਪਾਰਟ ਹੁੰਦਾ ਸੀਗਾ, ਠੀਕ ਹੈ, ਉੱਥੇ ਕਿਹਨਾਂ ਦੇ ਘਰ ਹੁੰਦੇ ਸੀਗੇ, ਉੱਥੇ ਜਿਹੜੇ ਸੀ ਕੁਲੀਨ ਵਰਗ ਨਾਲ ਸੰਬੰਧ ਰੱਖਣ ਵਾਲੇ ਲੋਕ ਸੀਗੇ, ਜਾਂ ਫਿਰ ਆਪਾਂ ਕਹਿ ਦਈਏ ਕਿ ਸਾਰਵਜਨਕ ਭਵਨ ਜਿਹੜੇ ਹੁੰਦੇ ਸੀਗੇ ਜਾਂ ਸ਼ਾਸਕਾਂ ਦੇ ਘਰ ਹੁੰਦੇ ਸੀ, ਠੀਕ ਆ। ਐਂਡ ਜਿਹੜਾ ਉੱਪਰ ਵਾਲਾ ਭਾਗ ਹੁੰਦਾ ਸੀ ਇਹਦੀ ਕਿਲ੍ਹੇਬੰਦੀ ਕੀਤੀ ਹੁੰਦੀ ਸੀਗੀ। ਅੱਗੇ ਹੈ ਦ ਲੋਅਰ ਟਾਊਨ ਵਾਜ਼ ਇਨਹੈਬਿਟਡ ਬਾਏ ਕਾਮਨ ਪੀਪਲ। ਅਤੇ ਜਿਹੜਾ ਹੇਠਲਾ ਭਾਗ ਸੀ ਉਹਦੇ ਵਿੱਚ ਜਿਹੜੇ ਆਮ ਜਨਤਾ ਸੀ, ਆਮ ਲੋਕ ਸੀ, ਉਹ ਰਹਿੰਦੇ ਸੀ। ਦ ਸਿਟੀਜ਼ ਹੈਡ ਵਾਈਡ ਐਂਡ ਸਟਰੇਟ ਰੋਡਸ ਐਂਡ ਸਟਰੀਟਸ ਦੈਟ ਇੰਟਰਸੈਕਟਡ ਐਟ ਰਾਈਟ ਐਂਗਲ। ਕਹਿੰਦੇ ਇਹ ਤੋਂ ਬਿਨਾਂ ਜਿਹੜੀਆਂ ਗਲੀਆਂ ਸੀ ਜਾਂ ਜਿਹੜੀਆਂ ਸੜਕਾਂ ਸੀਗੀਆਂ, ਠੀਕ ਆ, ਉਹ ਬਿਲਕੁਲ ਕੀ ਸੀਗਾ, ਸ਼ਹਿਰ ਦੀਆਂ ਸੜਕਾਂ ਚੌੜੀਆਂ ਸੀ, ਸਿੱਧੀਆਂ ਸੀ। ਰਾਈਟ ਐਂਗਲ ਦੇ ਮਤਲਬ ਆ ਗਿਆ ਕਿ ਉਹ ਇੱਕ ਦੂਜੇ ਨੂੰ ਸਮਕੋਣ 'ਤੇ ਮਤਲਬ 90 ਡਿਗਰੀ ਦੇ ਕੋਣ 'ਤੇ ਕੱਟਦੀਆਂ ਸੀਗੀਆਂ। ਦੇਖੋ ਬਿਲਕੁਲ ਇਸ ਤਰ੍ਹਾਂ ਸਿੱਧੀਆਂ ਬਣੀਆਂ ਹੋਈਆਂ ਸੀਗੀਆਂ ਉਹ। ਨੋ ਹਾਊਸਸ ਹੈਡ ਦੇਅਰ ਡੋਰਸ ਓਪਨਿੰਗ ਔਨ ਦਾ ਮੇਨ ਰੋਡ। ਅਤੇ ਕਿਸੇ ਵੀ ਘਰ ਦੇ ਦਰਵਾਜ਼ੇ ਜਿਹੜੇ ਮੇਨ ਰੋਡ 'ਤੇ ਨਹੀਂ ਖੁੱਲ੍ਹਦੇ ਸੀ। The drains system of this civilization too was far advanced for its time। ਫਿਰ ਉਹਦਾ ਜਿਹੜਾ ਨਾਲੀਆਂ ਦਾ ਸਿਸਟਮ ਸੀਗਾ, ਠੀਕ ਆ, ਪਾਣੀ ਦੇ ਪ੍ਰਬੰਧ ਦਾ ਜਿਹੜਾ ਸਿਸਟਮ ਸੀਗਾ, ਕਹਿੰਦੇ ਉਹ ਵੀ ਅੱਜ ਦੇ ਸਮੇਂ ਦੀ ਤਰ੍ਹਾਂ ਬਹੁਤ ਐਡਵਾਂਸ ਸੀਗਾ। There were covered drains on both sides of the street that carried the dirty water to an underground main drain leading outside the ਸਿਟੀ। ਫਿਰ ਕਹਿੰਦੇ ਦੇਖੋ ਜਿਹੜੀਆਂ ਡਰੇਨ, ਜਿਹੜੀਆਂ ਨਾਲੀਆਂ ਬਣਾਈਆਂ ਹੋਈਆਂ ਸੀ ਗਲੀ ਦੇ ਦੋਨੇ ਪਾਸੇ ਬਣੀਆਂ ਹੋਈਆਂ ਸੀ, ਬਟ ਉਹਨਾਂ ਦਾ ਪਤਾ ਨਹੀਂ ਲੱਗਦਾ ਸੀ, ਉਹ ਉੱਪਰੋਂ ਬਿਲਕੁਲ ਕਵਰ ਕਰੀਆਂ ਹੋਈਆਂ ਸੀਗੀਆਂ, ਠੀਕ ਹੈ। ਅਤੇ ਅੰਡਰਗਰਾਊਂਡ ਜਿਹੜਾ ਹੈਗਾ ਸੀ ਪਾਣੀ ਉਹਨਾਂ ਵਿੱਚੋਂ ਦੀ ਜਾਂਦਾ ਸੀ ਗੰਦਾ ਪਾਣੀ, ਅਤੇ ਇੱਕ ਵੱਡੇ ਨਾਲੇ ਵਿੱਚ ਮਿਲ ਜਾਂਦਾ ਸੀ। ਜਿਹੜਾ ਉਹ ਵੱਡਾ ਨਾਲਾ ਹੁੰਦਾ ਸੀ, ਵੱਡਾ ਡਰੇਨ ਹੁੰਦਾ ਸੀ, ਉਹ ਗੰਦਾ ਪਾਣੀ ਸ਼ਹਿਰ ਤੋਂ ਬਾਹਰ ਸੁੱਟ ਦਿੰਦਾ ਸੀਗਾ। ਦੇਖੋ ਇੱਦਾਂ ਦਾ ਸਿਸਟਮ ਤਾਂ ਅੱਜ ਦੇ ਟਾਈਮ ਵਿੱਚ ਵੀ ਨਹੀਂ ਹਲੇ ਹੋਇਆ ਆਪਣੇ ਪਿੰਡਾਂ ਦੇ ਵਿੱਚ। ਅੱਗੇ ਹੈ ਹਾਊਸਸ ਵਾਰ ਮੇਡ ਆਫ ਬੇਕਡ ਬ੍ਰਿਕਸ ਐਂਡ ਵੂਡ। ਘਰ ਜਿਹੜੇ ਸੀਗੇ ਪੱਕੀਆਂ ਇੱਟਾਂ ਅਤੇ ਲੱਕੜੀ ਦੇ ਬਣਾਏ ਹੋਏ ਸੀਗੇ। ਸਟੋਨਸ ਵਾਰ ਰੇਅਰਲੀ ਯੂਜ਼ਡ ਐਜ਼ ਬਿਲਡਿੰਗ ਮਟੀਰੀਅਲ। ਅਤੇ ਜਿਹੜੀ ਪੱਥਰ ਦੀ ਵਰਤੋਂ ਸੀਗੀ ਉਹ ਬਹੁਤ ਹੀ ਰੇਅਰ, ਮਤਲਬ ਬਹੁਤ ਹੀ ਘੱਟ ਕੀਤੀ ਜਾਂਦੀ ਸੀਗੀ। ਦੇਅਰ ਵਾਰ ਬਿਗ ਹਾਊਸਸ ਵਿਦ ਸਵੈਲ ਰੂਮਸ ਐਂਡ ਸਮਾਲ ਹਾਊਸਸ ਵਿਦ ਔਨ 1 or 2 ਰੂਮਸ। ਦੇਖੋ ਇਹ ਤੋਂ ਬਿਨਾਂ ਕਹਿੰਦੇ ਕੀ ਸੀਗਾ ਕਿ ਉੱਥੇ ਵੱਡੇ ਘਰ ਵੀ ਸੀਗੇ ਜਿੱਥੇ ਜਿਹੜੇ ਸੀਗੇ ਕਾਫੀ ਮਾਤਰਾ ਵਿੱਚ ਰੂਮ ਹੁੰਦੇ ਸੀ। ਇਹ ਤੋਂ ਬਿਨਾਂ ਕੁਝ ਛੋਟੇ ਹਾਊਸ ਵੀ ਹੁੰਦੇ ਸੀਗੇ ਜਿਨ੍ਹਾਂ ਵਿੱਚ 1 ਜਾਂ 2 ਰੂਮ ਹੁੰਦੇ ਸੀ। ਈਚ ਹਾਊਸ ਹੈਡ ਇਟਸ ਓਨ ਕਿਚਨ ਐਂਡ ਬਾਥਰੂਮ। ਅਤੇ ਹਰੇਕ ਘਰ ਦਾ ਜਿਹੜਾ ਸੀ ਉਹਦੇ ਵਿੱਚ ਆਪਣਾ ਇੱਕ ਬਾਥਰੂਮ ਹੁੰਦਾ ਸੀ ਅਤੇ ਇੱਕ ਕਿਚਨ ਹੁੰਦੀ ਸੀ। ਬਿਗ ਹਾਊਸਸ ਵਰ ਸਮਟਾਈਮਸ ਡਬਲ ਸਟੋਰੀਡ ਐਂਡ ਹੈਡ ਆ ਕੋਰਟਯਾਰਡ ਐਂਡ ਆ ਵੈਲ ਫੋਰ ਵਾਟਰ। ਅਤੇ ਕਹਿੰਦੇ ਜਿਹੜੇ ਵੱਡੇ ਘਰ ਹੁੰਦੇ ਸੀ ਉਹਨਾਂ ਵਿੱਚ ਕੀ ਸੀਗਾ ਕਿ ਕਈ ਵਾਰ ਉਹ ਮਤਲਬ ਆਪਾਂ ਕਹਿ ਦਈਏ ਜਿਵੇਂ ਇੱਕ ਘਰ ਦੇ ਉੱਪਰ ਰੂਮ ਦੇ ਉੱਪਰ ਰੂਮ ਬਣਾਇਆ ਹੋਇਆ ਸੀਗਾ, ਠੀਕ ਹੈ, ਡਬਲ ਸਟੋਰੀਡ ਬਣਾਏ ਹੋਏ ਸੀਗੇ। ਅਤੇ ਇਹ ਤੋਂ ਬਿਨਾਂ ਕੀ ਸੀਗਾ ਕਿ ਉਹਨਾਂ ਦੇ ਵਿੱਚ ਵਿਹੜਾ ਵੀ ਛੱਡਿਆ ਹੁੰਦਾ ਸੀਗਾ, ਠੀਕ ਹੈ, ਖੂਹ ਵੀ ਹੁੰਦਾ ਸੀਗਾ ਘਰ ਦੇ ਵਿੱਚ। 2 ਮੰਜ਼ਿਲੇ ਮਕਾਨ ਹੁੰਦੇ ਸੀ ਜਿਹੜੇ ਵੱਡੇ, ਉਹਨਾਂ ਦੇ ਵਿੱਚ। ਅੱਗੇ ਹੈ ਦ ਡਰੇਨਸ ਆਫ ਦ ਹਾਊਸ ਵਰ ਕਨੈਕਟਡ ਟੂ ਦਾ ਅੰਡਰਗਰਾਊਂਡ ਡਰੇਨ ਇਨ ਦਾ ਸਟਰੀਟਸ। ਅਤੇ ਜਿਹੜੇ ਘਰਾਂ ਦੀਆਂ ਜਿਹੜੀਆਂ ਨਾਲੀਆਂ ਹੁੰਦੀਆਂ ਸੀ ਉਹ ਧਰਤੀ ਦੇ ਹੇਠਾਂ ਤੋਂ ਜਿਹੜੀਆਂ ਸੀਗੀਆਂ ਗਲੀ ਵਾਲੀਆਂ ਜਿਹੜੀਆਂ ਸਟਰੀਟ ਦੀਆਂ ਨਾਲੀਆਂ ਹੁੰਦੀਆਂ ਸੀਗੀਆਂ ਅੰਡਰਗਰਾਊਂਡ, ਉਹਨਾਂ ਦੇ ਨਾਲ ਜੁੜੀਆਂ ਹੁੰਦੀਆਂ ਸੀਗੀਆਂ। ਸਵੈਲ ਪਬਲਿਕ ਬਿਲਡਿੰਗਸ ਆਫ ਵੈਰੀ ਲਾਰਜ ਸਾਈਜ਼ ਹੈਵ ਬੀਨ ਫਾਊਂਡ ਐਟ ਵੇਰੀਅਸ ਸਾਈਟਸ ਆਫ ਦਾ ਇੰਡਸ ਸਿਵਲਾਈਜੇਸ਼ਨ। ਇਹ ਤੋਂ ਬਿਨਾਂ ਜਿਹੜੀ ਸਿੱਧੂ ਘਾਟੀ ਦੀ ਸੱਭਿਅਤਾ ਵਾ ਉਹਦੇ ਵਿੱਚੋਂ ਕੁਝ ਜਿਹੜੇ ਹੈਗੇ ਆ ਬਹੁਤ ਵੱਡੇ ਸਰਵਜਨਕ ਭਵਨ ਵੀ ਮਿਲੇ ਆ। ਅ ਲਾਰਜ ਪਿਲਰਡ ਹਾਲ ਹੈਜ਼ ਬੀਨ ਡਿਸਕਵਰਡ ਐਟ ਮਹਿੰਜੋਦੜੋ ਤੋਂ ਇੱਕ ਵੱਡਾ ਖੰਭਿਆਂ ਵਾਲਾ ਭਵਨ ਮਿਲਿਆ ਵਾ। ਇਟ ਵਾਜ ਪ੍ਰੋਬੇਬਲੀ ਯੂਜ਼ਡ ਫॉर ਪਬਲਿਕ ਮੀਟਿੰਗਸ ਔਰ ਫॉर ਸਮ ਰਿਲੀਜੀਅਸ ਪਰਪਜ਼। ਕਹਿੰਦੇ ਇਹ ਵੀ ਅੰਦਾਜ਼ਾ ਲਗਾਇਆ ਜਾਂਦਾ ਵੀ ਇਹ ਜਿਹੜਾ ਹੈਗਾ ਵਾ ਪਬਲਿਕ ਮੀਟਿੰਗ ਦੇ ਲਈ ਯੂਜ਼ ਕੀਤਾ ਜਾਂਦਾ ਸੀ ਜਾਂ ਫਿਰ ਕੀ ਸੀ ਧਾਰਮਿਕ ਜਿਹੜਾ ਸੀ ਪਰਪਜ਼ ਉਹਦੇ ਲਈ ਯੂਜ਼ ਕੀਤਾ ਜਾਂਦਾ ਸੀ। ਆ ਬਿਗ ਗ੍ਰੇਨਰੀ ਹੈਜ਼ ਬੀਨ ਡਿਸਕਵਰਡ ਐਟ ਹੜੱਪਾ। ਇਹਦੇ ਤੋਂ ਬਿਨਾਂ ਜਿਹੜਾ ਗ੍ਰੇਨਰੀ ਹੁੰਦਾ ਵੱਡਾ ਅਨਾਜ ਘਰ ਵੀ ਹੈ ਜਿਹੜਾ ਹੜੱਪਾ ਤੋਂ ਮਿਲਿਆ ਵਾ। ਲੋਥਲ ਇਨ ਗੁਜਰਾਤ ਵਾਜ ਆ ਪੋਰਟ ਸਿਟੀ। ਇਹ ਇੰਪੋਰਟੈਂਟ ਆ ਕਿ ਜਿਹੜਾ ਹੈਗਾ ਲੋਥਲ ਆ ਉਹ ਕੀ ਹੈ ਇੱਕ ਤਰ੍ਹਾਂ ਨਾਲ ਬੰਦਰਗਾਹ ਸ਼ਹਿਰ ਸੀਗਾ ਹੜੱਪਾ ਸੱਭਿਅਤਾ ਦਾ। ਇਟ ਹੈਡ ਆ ਬਿਗ ਐਂਡ ਵੈਲ ਪਲੈਨਡ ਹਾਰਬਰ। ਅਤੇ ਇੱਥੋਂ ਕੀ ਆ ਕਿ ਆਪਾਂ ਕਹਿ ਦਈਏ ਕਿ ਜਿਵੇਂ ਜਹਾਜ਼ ਨੇ, ਠੀਕ ਆ, ਸਮੁੰਦਰੀ ਜਹਾਜ਼ ਸੀ, ਉਹਨਾਂ ਨੂੰ ਖੜਾ ਕਰਨ ਦਾ ਇੱਕ ਯੋਜਨਾਬੱਧ ਤਰੀਕੇ ਨਾਲ ਬਣਾਇਆ ਹੋਇਆ ਵਿਹੜਾ ਵੀ ਜਿਹੜਾ ਸੀਗਾ ਮਿਲਿਆ ਸੀਗਾ ਲੋਥਲ ਤੋਂ।
द मोस्ट इंप्रैसिव बिल्डिंग इज़ द ग्रेट बाथ एट मोहनजोदड़ो। तो सब तो जी मोस्ट फेमस या इंप्रैसिव जी आप कह दीए बिल्डिंग जी मिली आ वो की सी, वो बनया होया जिहड़ा मोहनजोदड़ो विच वड्डा इशनान घर बनया होया वा वो सीगा मेड ऑफ वाटर टाइट बेक्ड ब्रिक्स। तो ये किहदा बनया होया सीगा, पक्कियां इट्टां नाल बनया होया सीगा। इट हैज़ अ लार्ज स्टैपर्ड टैंक। तो इत्थे की सीगा कि पौड़ियां वाला एक वड्डा टैंक सीगा विच इज़ 19 फीट लॉन्ग, जिहड़ा 39 मीटर लंबा सी, 23 फीट ब्रॉड चौड़ा सीगा 23 फीट, एंड जिहड़ा सी 8 फीट डूंगा सी, वो डीप सी। इट वॉज फिल्ड बाय वाटर फ्रॉम आ नीयर बाय वैल एंड देयर इज़ अ बिग ड्रेन टू टेक आउट द डर्टी वाटर। तो फिर कहंदे जिहड़ा ये सीगा तलाव बनया होया सीगा, ठीक है। ਇਹਦੇ ਆਲੇ ਦੁਆਲੇ ਕਹਿੰਦੇ ਕੀ ਸੀਗਾ ਕਿ ਖੂਹ ਬਣਿਆ ਹੋਇਆ ਸੀਗਾ, ਠੀਕ ਆ। ਇਹ ਤੋਂ ਬਿਨਾਂ ਕੀ ਸੀਗਾ ਕਿ ਸੈਂਟਰ ਦੇ ਵਿੱਚ ਤਾਂ ਖੂਹ ਸੀਗਾ ਅਤੇ ਸਾਈਡਾਂ 'ਤੇ ਕੀ ਸੀਗਾ ਕਿ ਨਾਲੀਆਂ ਬਣੀਆਂ ਸੀ ਜਿੱਥੋਂ ਗੰਦਾ ਪਾਣੀ ਜਿਹੜਾ ਸੀ ਬਾਹਰ ਨਿਕਲਦਾ ਸੀਗਾ ਉੱਥੋਂ। ਦੇਅਰ ਆਰ ਰੂਮਸ ਐਂਡ ਵਰਾਂਡਾਜ਼ ਅਰਾਊਂਡ ਦਾ ਬਾਥ। ਇਹ ਤੋਂ ਬਿਨਾਂ ਜਿਹੜਾ ਇਹ ਇਸ਼ਨਾਨ ਘਰ ਸੀ ਉਹਦੇ ਆਲੇ ਦੁਆਲੇ ਕੀ ਸੀਗਾ ਕਿ ਰੂਮ ਵੀ ਬਣੇ ਹੋਏ ਸੀ ਅਤੇ ਵਰਾਂਡੇ ਵੀ ਬਣੇ ਹੋਏ ਸੀ। ਅੱਗੇ ਉਹਦੀ ਇੱਕ ਪਿਕ ਦਿੱਤੀ ਹੋਈ ਆਪਾਂ ਨੂੰ ਦੇਖਦੇ ਹਾਂ। हाँ जी, आ देखो ये बड़ा इशनान घर बनया होया, इन्हें पक्कियां इट्टां दा बनया होया ते इन्हां इट्टां नूं इस तरह एडजस्ट किया होया सी जिवें इन्हां नूं प्लास्टर किया गया होवे ते इन्हां दे अंदर पानी नहीं जा सकदा सीगा। इहदे आले दुआले देखो इदां रूम टाइप बने होए आ, बरांडा टाइप बने होए आ सारे। इहदी जिहड़ी लंबाई सी वो किन्नी सी, आपां हुणी पढ़ के हटे आ पिछे। हाँ जी, कमेंट करके दसो मैनूं इहदी लंबाई किन्नी सी, 39। एंड इहदी जिहड़ी चौड़ाई सी वो किन्नी सी, 23 फीट। ते इह हेठां नूं जिहड़ा डूंगा वा वो किन्ना सीगा, 8 फीट। ठीक है, ये जी ये रिलेटेड इनफॉर्मेशन आ तुसीं याद रखनी है। हाँ जी, लैसन ज़्यादा बड़ा करके ना मैं तुहानूं 2 पार्ट्स में कवर करवाऊँगी। इसदा फस्ट पार्ट तुसीं अज पढ़ लो तो सैकेंड पार्ट में तुहानूं नैक्सट जिहड़ा हैगा वा डे उस टाइम कवर करवाऊँगी। आई होप कि तुहानूं मेरी वीडियो पसंद आई होगी। इस नूं लाइक करो, शेयर करो तो इस तरह दी होर वीडियोज़ देखने लई साडे चैनल नूं सबसक्राइब करो। मिलते हैं नैक्सट वीडियो। थैंक यू।